ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਗਰਿਮਾ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਬੀਤੇ ਕੱਲ ਹੋਲੀ ਦਾ ਤਿਉਹਾਰ ਬੜੇ ਸ਼ਾਂਤਮਈ ਲੰਘਿਆ, ਪਰ ਕੁਝ ਨੌਜਵਾਨਾਂ ਦੇ ਵੱਲੋਂ ਸੂਬੇ ਦੇ ਵਿੱਚ ਹੁੱਲੜਬਾਜ਼ੀ ਕੀਤੀ ਗਈ, ਜੋ ਬਹੁਤ ਹੀ ਜ਼ਿਆਦਾ ਮੰਦਭਾਗੀ ਘਟਨਾ ਹੈ। ਤੇ ਮੈਂ ਪੂਰੇ ਚੈਨਲ ਦੇ ਵੱਲੋਂ ਤੇ ਆਪਣੇ ਅਦਾਰੇ ਦੇ ਵੱਲੋਂ ਇਹ ਅਪੀਲ ਕਰਦੀ ਹਾਂ ਕਿ ਸਾਰੇ ਜਣੇ ਇਹ ਤਿਉਹਾਰ ਜੋ ਭਾਈਚਾਰਕ ਸਾਂਝ ਨੂੰ ਵਧਾਵਾ ਦਿੰਦੇ ਹੈ ਤੇ ਇਸ ਚੀਜ਼ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਤਾਂ ਹਾਜ਼ਰ ਆ ਅਸੀਂ ਰੋਜ਼ਾਨਾ ਦਾ ਆਪਣਾ ਸ਼ੋਅ ਲੈ ਕੇ, ਜਿਸ ਦੇ ਵਿੱਚ ਅਸੀਂ ਦੇਸ਼ ਤੇ ਦੁਨੀਆ ਦੇ ਵੱਡੇ ਮੁੱਦਿਆਂ ਤੇ ਚਰਚਾ ਕਰਦੇ ਆ। ਤੇ ਮੇਰੇ ਨਾਲ ਮੇਰੇ ਸਹਿਯੋਗੀ ਸਟੂਡੀਓ ਦੇ ਵਿੱਚ ਮੌਜੂਦ ਹੈ ਸਰਦਾਰ ਕਮਲਜੀਤ ਬਨਵੈਦ ਜੀ। ਸਰ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਗਰਮਾ ਜੀ, ਸਤਿ ਸ੍ਰੀ ਅਕਾਲ। ਪਿਆਰੇ ਦਰਸ਼ਕੋ, ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਵਾਗਤ ਜੀ ਆਇਆਂ ਨੂੰ। ਸਰ ਸ਼ੋਅ ਦੇ ਸਟਾਰਟਿੰਗ ਦੇ ਵਿੱਚ ਮੇਰਾ ਫਰਸਟ ਕੁਐਸਚਨ ਇਹ ਬਣਦਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਜੀ ਹੈ ਜਿਨ੍ਹਾਂ ਨੇ ਇਹ ਅਪੀਲ ਕੀਤੀ ਹੈ ਕੌਮ ਦੇ ਨਾਂ, ਔਰ ਉਹਨਾਂ ਦੀ ਅਪੀਲ ਦੇ ਵਿੱਚ ਇੱਕ ਪੱਖਪਾਤੀ ਜਿਹਾ ਰੰਗ ਵਿਖ ਰਿਹਾ ਹੈ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਗਰਮਾ ਜੀ, ਕੱਲ ਜਿਵੇਂ ਤੁਸੀਂ ਕਿਹਾ ਹੋਲੀ ਦਾ ਤਿਉਹਾਰ ਸੀ। ਜੀ। ਹੋਲੀ ਦੇ ਤਿਉਹਾਰ ਵਾਲੇ ਦਿਨ ਕੁਦਰਤੀ ਹੋਲਾ ਮਹੱਲਾ ਵੀ ਸੀ। ਜੀ। ਹੋਲਾ ਮਹੱਲਾ ਉੱਤੇ ਜਿਹੜੇ ਅਕਾਲ ਤਖਤ ਜਥੇਦਾਰ ਆ, ਜੀ ਉਹ ਅਕਸਰ ਕੌਮ ਦੇ ਨਾਲ ਸੁਨੇਹਾ ਦਿੰਦੇ ਹੁੰਦੇ ਆ। ਤੇ ਜਿਹੜਾ ਕੱਲ ਉਹਨਾਂ ਨੇ ਕੌਮ ਦੇ ਨਾਲ ਸੁਨੇਹਾ ਦਿੱਤਾ, ਉਹਦੇ ਵਿੱਚੋਂ ਜਿਵੇਂ ਤੁਸੀਂ ਕਿਹਾ ਇੱਕ ਵੱਖਵਾਦੀ ਰੰਗਤ ਜਿਹੜੀ ਉਹ ਝਲਕ ਰਹੀ ਸੀ। ਉਹਨਾਂ ਨੇ ਕੱਲ ਆਪਣੇ ਭਾਸ਼ਣ ਵਿੱਚ ਜਿਹੜਾ ਸੁਨੇਹਾ ਦਿੱਤਾ ਕੌਮ ਦੇ ਨਾਲ, ਉਹ 'ਚ ਸੁਪਰੀਮ ਕੋਰਟ ਤੇ ਕੇਂਦਰ ਉੱਤੇ ਇੱਕ ਕਿਸਮ ਦਾ ਹੱਲਾ ਬੋਲਿਆ ਜੀ। ਮਤਲਬ ਉਹਨਾਂ ਨੇ ਜਿਹੜਾ ਇੱਕ ਕਿਹਾ ਕਿ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜੀ ਗਈ ਆ ਸਿੱਖਾਂ ਨੂੰ ਵੰਡਣ ਲਈ, ਸਿੱਖਾਂ ਨੂੰ ਕਮਜ਼ੋਰ ਕਰਨ ਲਈ। ਇਹਦੇ ਥਾਂ ਹਰਿਆਣੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੀ ਕਰਤੀ ਗਈ ਆ। ਤੇ ਉਹਨੇ ਕਿਹਾ ਕਿ ਇਹ ਜਿਹੜੀ ਕਮੇਟੀ ਆ, ਇਹਦਾ ਗੁਰਦੁਆਰਿਆਂ ਉੱਤੇ ਕਬਜ਼ਾ ਨਹੀਂ ਹੈਗਾ, ਸਗੋਂ ਸਰਕਾਰ ਦਾ ਕਬਜ਼ਾ ਹੋ ਗਿਆ। ਸੋ ਉਹਨਾਂ ਨੇ ਇੱਕ ਉਹਨਾਂ ਦੇ ਮੂੰਹੋਂ ਜਿਹੜੀ ਆਪਾਂ ਬਦਦੁਆ ਨਿਕਲੀ ਨਹੀਂ ਹੈਗੀ, ਉਹਨਾਂ ਨੇ ਦੁਹਰਾਇਆ ਵੀ ਆਪਣੇ ਭਾਸ਼ਣ ਵਿੱਚ ਕਿ ਜਿਹੜੀ ਸਿੱਖਾਂ ਦੀ ਬਦਦੁਆ ਆ ਉਹ ਇਹ ਆ ਕਿ ਜੇ ਤੁਸੀਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਨੂੰ ਤੋੜਿਆ ਤਾਂ ਕੇਂਦਰ ਸਰਕਾਰ ਜਿਹੜੀ ਕਿ ਪਾਰਲੀਮੈਂਟ ਨੂੰ ਅਖੰਡ ਰੱਖਣ ਲਈ, ਟੁੱਟਣ ਤੋਂ ਬਚਾਉਣ ਲਈ ਯਤਨ ਕਰਦੀ ਆ, ਉਹ ਟੁੱਟ ਕੇ ਕਈ ਹਿੱਸੇ ਹੋਊਗੀ। ਸੋ ਇਹ ਜਿਹੜਾ ਅਕਾਲ ਤਖਤ ਜਥੇਦਾਰ ਦਾ ਇੱਕ ਸੁਨੇਹਾ ਆ, ਇੱਕ ਤਾਂ ਵੱਖਵਾਦੀ ਰੰਗਾ ਦਿੰਦਾ ਹੀ ਆ ਕਿ ਤੁਸੀਂ ਸਿੱਖਾਂ ਦੀ ਜਿਹੜੀ ਮਿੰਨੀ ਪਾਰਲੀਮੈਂਟ ਆ ਉਹਨੂੰ ਤੋੜਨ ਬਦਲੇ ਕਹਿੰਦੇ ਹੋ ਕਿ ਜਿਹੜੀ ਦੇਸ਼ ਦੀ ਪਾਰਲੀਮੈਂਟ ਆ ਉਹ ਟੁੱਟ ਜਾਵੇ, ਉਹਦੇ ਕਈ ਹਿੱਸੇ ਹੋ ਜਾਣ। ਸੋ ਇਹ ਜਿਹੜਾ ਉਹਨਾਂ ਨੇ ਬਦਦੁਆ ਦਿੱਤੀ ਆ, ਇਹ ਬਸ ਮੈਂ ਇੱਕ ਗੱਲ ਕਹਿਦਾ ਇੱਥੇ ਹੈ ਕਿ ਜਿਹੜੀ ਸਿੱਖ ਆ ਨਾ ਜੀ, ਉਹ ਕਿਸੇ ਨੂੰ ਬਦਦੁਆ ਨਹੀਂ ਦਿੰਦੇ ਹੁੰਦੇ। ਜੀ ਬਿਲਕੁਲ ਹਨਾ। ਸਿੱਖਾਂ ਵਿੱਚ ਤਾਂ ਇਹ ਕਹਿੰਦੇ ਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਵੋ। ਜੀ ਠੀਕ ਆ। ਇੱਕ ਉਹ ਬੜਾ ਸ਼ਲੋਕ ਬੜਾ ਹੈਗਾ ਫਰੀਦਾ ਕੋਈ ਕਿ ਆਪ ਨੜੇ ਘਰ ਜਾਈਏ ਪੈਰ ਜੋ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਤੈ ਪੈਰ ਤਿਨਾਂ ਦੇ ਚੁੰਮ। ਸੋ ਸਾਡੀ ਕੌਮ ਤੇ ਉਸ ਕਹਿੰਦੀ ਆ। ਤੇ ਜਥੇਦਾਰ ਨੇ ਜਿਹੜਾ ਇਹ ਕਿਹਾ ਨਾ ਜੀ ਕਿ ਸਿੱਖਾਂ ਨੇ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ, ਹੁਣ ਸਿੱਖਾਂ ਨੂੰ ਆਪਣੇ ਇਨਸਾਫ ਲਈ ਲੜਨਾ ਪੈ ਰਿਹਾ। ਸੋ ਇਹ ਜਿਹੜਾ ਸਾਰਾ ਕੁਝ ਆ, ਦੇਖੋ ਸਿੱਖਾਂ ਦੀਆਂ ਕੁਰਬਾਨੀਆਂ ਵਾਲੀ ਗੱਲ ਤਾਂ ਬਿਲਕੁਲ ਠੀਕ ਆ, ਸਾਨੂੰ ਉੱਤੇ ਮਾਣ ਵੀ ਆ, ਪਰ ਜਿਹੜਾ ਬਾਕੀ ਸੁਨੇਹਾ ਦਿੱਤਾ ਗਿਆ ਉਹਦੇ ਵਿੱਚੋਂ ਮੈਨੂੰ ਇਹ ਲੱਗਦਾ ਕਿ ਜਥੇਦਾਰ ਦੀ ਜਿਹੜੀ ਇੱਕ ਨਾ ਆਪਾਂ ਕਹਿ ਲਈਏ ਕਿ ਹਾਰ ਆ ਜਾਂ ਕਿਸਮ ਦੀ, ਉਹ ਝਲਕਦੀ ਨਜ਼ਰ ਆ ਰਹੀ ਆ। ਕਿ ਜਦੋਂ ਬੰਦਾ ਹਾਰਿਆ ਹੋਇਆ ਹੁੰਦਾ ਨਾ ਜੀ, ਜਦੋਂ ਬੰਦਾ ਆਪਣੇ ਥੱਲੇ ਪਿਆ ਹੁੰਦਾ ਘੋਲ ਵਿੱਚ, ਤਦ ਉਹ ਵਿਦਵਾ ਦਿੰਦਾ। ਸੋ ਮੈਨੂੰ ਇਹ ਲੱਗਦਾ ਕਿ ਜਥੇਦਾਰ ਅਕਾਲ ਤਖਤ ਨੂੰ ਜਿਹੜਾ ਆ ਪੰਜਾਬ ਦੇ ਜੇ ਹਾਲਾਤ ਚੰਗੇ ਨਹੀਂ, ਸਿੱਖਾਂ ਨਾਲ ਇਨਸਾਫ ਨਹੀਂ ਹੋ ਰਿਹਾ, ਤਾਂ ਚਾਹੀਦਾ ਇਹ ਆ ਕਿ ਉਹ ਇਸ ਨੂੰ ਲੀਡ ਕਰਨ। ਪਰ ਉਹਨਾਂ ਨੇ ਇੱਕ ਗੱਲ ਜਿਹੜੀ ਬੜੇ ਚਿਰਾਂ ਬਾਅਦ ਕਹੀ ਹੈ, ਜਿਹੜੀ ਬਹੁਤ ਚਿਰ ਪਹਿਲਾਂ ਕਹਿ ਦੇਣੀ ਚਾਹੀਦੀ ਸੀਗੀ। ਉਹਨਾਂ ਨੇ ਕਿਹਾ ਕਿ ਜਿਹੜਾ ਅਕਾਲੀ ਦਲ ਆ ਉਹ ਸਰਮਾਏਦਾਰਾਂ ਦੀ ਪਾਰਟੀ ਬਣ ਕੇ ਰਹਿ ਗਿਆ। ਜਦੋਂ ਤੱਕ ਤਾਂ ਇਹ ਮਜ਼ਦੂਰਾਂ ਤੇ ਆਮ ਲੋਕਾਂ ਦੀ ਪਾਰਟੀ ਸੀ, ਤਦ ਤੱਕ ਤਾਂ ਇਹਦੇ ਝੰਡੇ ਜਿਹੜੇ ਝੂਲਦੇ ਰਹੇ ਆ। ਹੁਣ ਜਦੋਂ ਇਹ ਸਰਮਾਏਦਾਰਾਂ ਦੀ ਪਾਰਟੀ ਬਣ ਗਈ ਤਾਂ ਇਹਦਾ ਜਿਹੜਾ ਪੱਤਨ ਆਉਣਾ ਸ਼ੁਰੂ ਹੋ ਗਿਆ। ਤੇ ਉਹਨੇ ਨਾਲ ਕਿਹਾ ਕਿ ਜੇ ਅਕਾਲੀ ਦਲ ਨੇ ਮੁੜ ਪੈਰਾਂ ਥਰ ਖੜਨਾ ਆ, ਜੇ ਮਜ਼ਬੂਤ ਹੋਣਾ, ਜੇ ਸਿਆਸੀ ਤੌਰ ਤੇ ਹਾਸ਼ੇ ਦੇ ਅੰਦਰ ਆਉਣਾ ਆ, ਤਾਂ ਸਿੱਖਾਂ ਨੂੰ ਜਿਹੜਾ ਆ ਉਹ ਮੁੜ ਕੇ ਮਜ਼ਦੂਰਾਂ ਤੇ ਕਿਸਾਨਾਂ ਦੀ ਪਾਰਟੀ ਜਿਹੜੀ ਆ ਉਹ ਬਣਨਾ ਪਊਗਾ। ਉਹਨਾਂ ਨੇ ਚਾਹੇ ਸਿੱਧੇ ਤੌਰ ਤੇ ਬਾਦਲਾਂ ਦਾ ਨਾਂ ਨਹੀਂ ਲਿਆ, ਪਰ ਇੱਕ ਕਿਸਮ ਦਾ ਜਿਹੜਾ ਇਸ਼ਾਰਾ ਆ ਉਹ ਬਾਦਲਾਂ ਵੱਲ ਸੀਗਾ। ਤੇ ਮੈਨੂੰ ਇਹ ਲੱਗਦਾ ਕਿ ਜਥੇਦਾਰ ਨੂੰ ਇਹ ਬਹੁਤ ਚਿਰ ਪਹਿਲਾਂ ਕਹਿ ਦੇਣਾ ਚਾਹੀਦਾ ਸੀਗਾ, ਜੋ ਉਹਨਾਂ ਨੇ ਹੁਣ ਕਿਹਾ ਕਿ ਪਾਰਟੀ ਜਿਹੜੀ ਆ ਸਰਮਾਏਦਾਰਾਂ ਦੀ ਨਹੀਂ ਹੋਣੀ ਚਾਹੀਦੀ, ਆਮ ਲੋਕਾਂ ਦੀ ਪੁੱਛਗਿੱਛ ਹੋਣੀ ਚਾਹੀਦੀ ਆ। ਕਿਉਂਕਿ ਪਿਛਲੇ ਸਮੇਂ ਤੁਹਾਡੇ ਧਿਆਨ 'ਚ ਹੋਣਾ ਕਿ ਕਈ ਟਕਸਾਲੀ ਲੀਡਰ ਜਿਹੜੇ ਆ ਉਹ ਅਕਾਲੀਆਂ ਨੂੰ ਇਸ ਕਰਕੇ ਛੱਡ ਗਏ ਕਿ ਇਹ ਕਿਹਾ ਜਾ ਰਿਹਾ ਸੀ ਕਿ ਇੱਥੇ ਇੱਕ ਪਰਿਵਾਰ ਦਾ ਰਾਜ ਆ, ਬਾਦਲ ਜਿਹੜੇ ਆ ਸੁਖਬੀਰ ਬਾਦਲ ਆਪਣੀ ਮਨਮਰਜ਼ੀ ਕਰ ਰਿਹਾ। ਪਰ ਇੱਥੇ ਇੱਕ ਨਾ ਮੈਨੂੰ ਜਿਹੜੇ ਬਲਜੀਤ ਸਿੰਘ ਦਾਦੂ ਵਾਲੇ ਆ, ਜਿਹੜੇ ਕਿਸੇ ਵੇਲੇ ਪ੍ਰਧਾਨ ਰਹੇ ਆ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ, ਉਹਨਾਂ ਨੇ ਕਿਹਾ ਕਿ ਮੈਨੂੰ ਇੰਝ ਲੱਗਦਾ ਕਿ ਜਥੇਦਾਰ ਜਿਹੜੇ ਅਕਾਲ ਤਖਤ ਦੇ ਆ ਉਹ ਬਾਦਲਾਂ ਦੀ ਖੇਲ ਬਣ ਕੇ ਰਹਿ ਗਏ। ਸੋ ਮੈਨੂੰ ਇਹ ਵੀ ਲੱਗਦਾ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਸਾਹਿਬ ਆ, ਉਹਦੇ ਜਥੇਦਾਰ ਬਾਰੇ ਅਜਿਹੀ ਜਿਹੜੀ ਟਿੱਪਣੀ ਕਰਨੀ ਆ ਉਹ ਸ਼ੋਭਦੀ ਨਹੀਂ ਹੈਗੀ।
ਇਸ ਗੱਲ ਨੂੰ ਤਾਂ ਸਾਰਾ ਵਿਸ਼ਵ ਮੰਨਦਾ ਕਿ ਬਾਦਲ ਨਚਾਉਂਦੇ ਰਹੇ ਆਪਣੀਆਂ ਉਂਗਲਾਂ ਤੇ ਜਥੇਦਾਰਾਂ ਨੂੰ, ਬਾਦਲ ਨਚਾਉਂਦੇ ਰਹੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆਪਣੀਆਂ ਉਂਗਲਾਂ ਤੇ, ਪਰ ਇਹ ਕਹਿਣਾ ਕਿ ਉਹ ਬਾਦਲਾਂ ਦੀ ਰਖੇਰ ਬਣ ਕੇ ਰਹਿ ਗਿਆ, ਇਹ ਜਿਹੜਾ ਆ ਮੈਨੂੰ ਲੱਗਦਾ ਕਾਫੀ ਜ਼ਿਆਦਾ ਕਹਿ ਦਿੱਤਾ। ਪਰ ਮੈਂ ਇੱਥੇ ਵੀ ਕਹਿਦਾ ਕਿ ਬਹੁਤ ਸਾਰੇ ਜਿਹੜੇ ਸਿੱਖ ਚਿੰਤਕ ਆ, ਸਿੱਖ ਜਿਹੜੇ ਇਤਿਹਾਸਕਾਰ ਆ, ਉਹ ਇਹ ਵੀ ਕਹਿਣ ਲੱਗ ਗਏ ਕਿ ਜਿਹੜੇ ਸ਼੍ਰੀ ਅਕਾਲ ਤਖ਼ਤ ਸਾਹਿਬ ਆ ਉਹ ਸਿੱਖਾਂ ਦੀ ਸਰਬਉੱਚ ਸੰਸਥਾ ਆ, ਉਹਦੇ ਲਈ ਸਾਡੇ ਮਨ 'ਚ ਸਤਿਕਾਰ ਤਾਂ ਹੈ, ਪਰ ਜਿਹੜੇ ਜਥੇਦਾਰ ਆ ਉਹ ਪੁਜਾਰੀ ਬਣ ਕੇ ਰਹਿ ਗਏ। ਜੀ ਸੋ ਇੰਨੀ ਕੁ ਜਿਹੜੀ ਟਿੱਪਣੀ ਆ ਇਹ ਕਾਫੀ ਹੁੰਦੀ ਹੈ ਤੁਹਾਨੂੰ ਆਰ ਲਾਉਣ ਲਈ, ਸੂਈ ਲਾਉਣ ਲਈ, ਚੋਭਾ ਲਾਉਣ ਲਈ, ਪਰ ਰਖੇਲ ਸ਼ਬਦ ਜਿਹੜਾ ਮੈਨੂੰ ਲੱਗਦਾ ਉਹ ਵੀ ਇੱਕ ਵਧੀਆ ਸ਼ਬਦ ਨਹੀਂ ਹੈਗਾ। ਜੀ ਜੀ ਅਗਲੀ ਗੱਲ ਇਹ ਕਿ ਤੇ ਦੋ ਤਿੰਨ ਰਿਐਕਸ਼ਨ ਜਿਹੜੇ ਹੋਰ ਸਾਹਮਣੇ ਆਏ ਆ। ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰ ਆ, ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਵੀ ਆ, ਉਹਨਾਂ ਨੇ ਕਿਹਾ ਕਿ ਬਾਦਲਾਂ ਨੂੰ ਜਿਹੜੀਆਂ ਪਿਛਲੇ ਸਮੇਂ 'ਚ ਗਲਤੀਆਂ ਹੋਈਆਂ ਭੋਲ ਅਣਪੋਲ, ਉਹਨਾਂ ਬਾਰੇ ਮਾਫੀ ਮੰਗਣੀ ਚਾਹੀਦੀ ਆ। ਜੀ 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 ਤੇ ਜਦੋਂ ਤੱਕ ਵੈਸੇ ਅਸੀਂ ਵੀ ਪਹਿਲਾਂ ਕਹਿ ਚੁੱਕੇ ਹਾਂ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਹੋਣੀ, ਪ੍ਰਕਾਸ਼ ਸਿੰਘ ਬਾਦਲ ਹੋਣੀ ਦਿਲੋਂ ਨਿਭ ਕੇ, ਨੀਵੇਂ ਹੋ ਕੇ, ਨਿਮਰ ਹੋ ਕੇ ਲੋਕਾਂ ਵਿੱਚ ਨਹੀਂ ਜਾਂਦੇ, ਤਦ ਤੱਕ ਲੋਕ ਜਿਹੜੇ ਉਹਨਾਂ ਨੂੰ ਮਾਫ ਨਹੀਂ ਕਰਨਗੇ। ਦੂਜੀ ਗੱਲ ਇਹ ਕਿ ਦਿਲੋਂ ਤੁਸੀਂ ਐਂ ਹੋਵੇ ਕਿ ਤੁਸੀਂ ਥੱਲੇ ਬੈਠੋ, ਵਰਕਰ ਉੱਪਰ ਬੈਠਣ, ਤੇ ਵਰਕਰ ਨੂੰ ਲੱਗੇ ਕਿ ਸੱਚਮੁੱਚ ਸਾਨੂੰ ਏਡਾ ਵੱਡਾ ਮਾਣ ਦਿੱਤਾ ਜਾ ਰਿਹਾ, ਇਹ ਸਿਰਫ ਵੋਟਾਂ ਲੈਣ ਲਈ, ਚੋਣਾਂ ਜਿੱਤਣ ਲਈ ਨਹੀਂ ਹੈਗਾ, ਤਾਂ ਸ਼ਾਇਦ ਲੋਕ ਐਕਸੈਪਟ ਕਰ ਲੈਣ। ਤੇ ਇਹਦੇ ਨਾਲ ਹੀ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਆ ਮਨੋਹਰ ਲਾਲ ਖੱਟੜ, ਉਹਨਾਂ ਨੇ ਵੀ ਕੱਲ ਜਥੇਦਾਰ ਦੇ ਬਿਆਨ ਉੱਤੇ ਰਿਐਕਟ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜੇ ਹਰਿਆਣਾ ਦੀ ਸਰਕਾਰ ਆ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰ ਤਰ੍ਹਾਂ ਮਦਦ ਕਰੂਗੀ, ਚਾਹੇ ਉਹ ਗੁਰਦੁਆਰਾ ਦੀ ਸੰਭਾਲ ਲਈ ਹੋਵੇ, ਚਾਹੇ ਉੱਥੇ ਸਿੱਖਿਆ ਦੇ ਪ੍ਰਸਾਰ ਲਈ ਹੋਵੇ, ਚਾਹੇ ਸਿਹਤ ਸੰਭਾਲ ਲਈ ਹੋਵੇ। ਤੇ ਉਹਨਾਂ ਨੇ ਨਾਲ ਇਹ ਵੀ ਕਹਿ ਦਿੱਤਾ ਕਿ ਜਿਹੜੇ ਹਰਿਆਣਾ ਵਿੱਚ ਇਤਿਹਾਸਕ ਗੁਰਦੁਆਰੇ ਆ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਆ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰੂਗੀ। ਪਰ ਇੱਥੇ ਮੈਂ ਇਹ ਕਹਿਦਾ ਕਿ ਇਸ ਵੇਲੇ ਇਹ ਗੰਭੀਰ ਸੋਚਣ ਦੀ ਲੋੜ ਆ ਕਿ ਜਿਹੜੇ ਹਰਿਆਣਾ ਦੇ ਸਿੱਖ ਆ ਉਹਨਾਂ ਨੇ ਸ਼੍ਰੋਮਣੀ ਵੱਖਰੀ ਕਮੇਟੀ ਦੀ ਮੰਗ ਕਿਉਂ ਕੀਤੀ ਸੀ। ਜੀ ਜੇ ਉਹ ਬਾਦਲਾਂ ਤੋਂ ਜਾਂ ਸ਼੍ਰੋਮਣੀ ਕਮੇਟੀ ਤੋਂ ਨਾ ਖੁਸ਼ ਸੀਗੇ ਤਦ ਉਹਨਾਂ ਨੇ ਮੰਗ ਸ਼ੁਰੂ ਕੀਤੀ ਸੀ। ਤੇ ਜੇ ਤੁਹਾਨੂੰ ਲੱਗਦਾ ਸੀਗਾ ਕਿ ਹਰਿਆਣਾ ਵਾਲੇ ਤੁਹਾਡੇ ਭਰਾ ਆ ਜਿਨ੍ਹਾਂ ਤੋਂ ਤੁਸੀਂ ਹੁਣ ਡਰਦੇ ਹੋ ਕਿ ਤੁਹਾਨੂੰ ਟੁੱਟ ਕੇ ਪਾਸੇ ਹੋ ਜਾ ਰਹੇ ਆ, ਜਾਂ ਤੁਸੀਂ ਇਹ ਦੋਸ਼ ਲਾਉਂਦੇ ਆ ਬੀਜੇਪੀ ਤੇ ਕਿ ਉਹ ਸਿੱਖਾਂ 'ਚ ਵੰਡੀਆਂ ਪਾ ਰਹੀ ਆ, ਸਿੱਖਾਂ ਨੂੰ ਤੋੜ ਰਹੀ ਆ, ਤੁਸੀਂ ਜਦੋਂ ਤੁਹਾਨੂੰ ਇਹ ਮਹਿਸੂਸ ਹੋਣ ਲੱਗਾ ਸੀਗਾ ਕਿ ਇਹ ਜਿਹੜੇ ਹੈਗੇ ਨੇ ਸਾਡੇ ਹਰਿਆਣਾ ਵਾਲੇ ਸਿੱਖ ਇਹ ਸਾਤੋਂ ਨਾਰਾਜ਼ ਆ, ਸਾਤੋਂ ਦੂਰ ਹੋਣਾ ਚਾਹੁੰਦੇ ਆ, ਉਸੇ ਵੇਲੇ ਉਹਨਾਂ ਸਮੱਸਿਆਵਾਂ ਦਾ ਹੱਲ ਜਿਹੜਾ ਆ ਉਹ ਕਰ ਦੇਣਾ ਚਾਹੀਦਾ ਸੀ। ਲੋੜ ਸੀ ਇੱਕ ਛੋਟੇ ਭਰਾ ਨੂੰ ਆਪਣੇ ਗੱਲ ਨਾਲ ਲਾਉਣ ਦੀ। ਜੀ ਜੀ ਬਿਲਕੁਲ ਸਰ। ਤੇ ਇਸੇ ਦੇ ਨਾਲ ਮੇਰਾ ਦੂਸਰਾ ਪ੍ਰਸ਼ਨ ਇਹ ਬਣਦਾ ਹੈ ਕਿ ਸਰ ਪੰਜਾਬ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਆ 5 ਜਨਵਰੀ 2022 ਨੂੰ ਹੈ ਨਾ, ਤਾਂ ਫਿਰੋਜ਼ਪੁਰ ਦੇ ਵਿੱਚ ਆਉਂਦੇ ਆ ਤਾਂ ਉਹਦੀ ਇੱਕ ਸੁਰੱਖਿਆ ਦੇ ਵਿੱਚ ਚੂਕ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇੱਕ ਕਮੇਟੀ ਬਣਾਈ ਜਾਂਦੀ ਹੈ। ਪਰ ਉਸ ਦੇ ਵਿੱਚ ਕਮੇਟੀ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ 9 IPS ਆਫੀਸਰਸ ਜਿਹੜੇ ਸੀਗੇ, ਜੇ ਮੈਂ ਸਹੀ ਹੋਵਾਂ ਸਰ, ਤਾਂ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਜਾਂ ਫਿਰ ਅਹੁਦਿਆਂ ਤੇ ਹਟਾ ਦਿੱਤਾ ਜਾਵੇ, ਹੈ ਨਾ। ਤੇ ਪਰ ਅਜੇ ਤੱਕ ਇਸ ਚੀਜ਼ ਦੇ ਉੱਪਰ ਪੂਰਨ ਤੌਰ ਤੇ ਐਕਸ਼ਨ ਨਹੀਂ ਲਿਆ ਗਿਆ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਸਰ? ਮੈਂ ਥੋੜਾ ਜਿਹਾ ਤੁਹਾਨੂੰ ਸੋਧ ਕਰਦਾ। ਜੀ ਜੀ। ਇੱਕ ਤਾਂ ਇਹ ਹੈ ਕਿ 9 IAS ਤੇ IPS ਅਫਸਰ ਆ। ਜੀ। ਇੱਕ ਗੱਲ ਇਹ ਜੀ ਕਿ ਕੇਂਦਰ ਸਰਕਾਰ ਨੇ ਬਰਖਾਸਤ ਕਰਨ ਲਈ ਨਹੀਂ ਕਿਹਾ ਹੈਗਾ। ਜੀ ਜੀ। ਕਿ ਜਿਹੜੀ ਕਮੇਟੀ ਆ ਉਹਨੇ ਇਹ ਕਿਹਾ ਕਿ ਕਮੇਟੀ ਨੇ ਰਿਪੋਰਟ ਦਿੱਤੀ ਆ ਕਿ ਜਿਹੜੇ 9 IAS ਜਾਂ IPS ਅਫਸਰ ਆ ਜੀ ਜੀ ਉਹ ਦੋਸ਼ੀ ਪਾਏ ਗਏ ਆ ਉਕਾਈ ਲਈ, ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਮੈਂ ਇੱਥੇ ਸ਼ੁਰੂ 'ਚ ਸਪਸ਼ਟ ਕਰਦਾ ਇਹ ਗੱਲ ਕਿ ਜਿਹੜੇ IPS ਤੇ IAS ਅਧਿਕਾਰੀ ਆ ਵੈਸੇ ਇਹਨਾਂ ਦਾ ਕੰਟਰੋਲ ਜਿਹੜਾ ਉਹ ਕੇਂਦਰ ਦਾ ਹੁੰਦਾ, ਕਿਉਂਕਿ ਇੰਡੀਅਨ ਐਡਮਿਨਿਸਟ੍ਰੇਟਰ ਹੈਗਾ ਤੇ ਇੰਡੀਅਨ ਪੁਲਿਸ ਆ। ਪਰ ਕਿਉਂਕਿ ਇਹ ਜਿਸ ਸੂਬੇ ਵਿੱਚ ਤਾਇਨਾਤ ਹੁੰਦੇ ਆ ਉਹ ਜਿਹੜਾ ਕੰਟਰੋਲ ਆ ਵੈਸੇ ਫਿਰ ਉੱਥੋਂ ਦਾ ਹੋ ਜਾਂਦਾ, ਜਿਹੜੀ ਕਾਰਵਾਈ ਕਰਦਾ ਹੱਕ ਅਧਿਕਾਰਾਂ ਦਾ ਹੁੰਦਾ। ਹੁਣ ਇੱਕ ਗੱਲ ਦੱਸਦਾ, ਜਿਹੜੀ ਕਮੇਟੀ ਆ ਥੋੜੀ ਉਹਦੀ ਬਣਤਰ ਦੱਸਦਾ। ਜਦੋਂ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀਗਾ, ਤਦ ਉਸ ਦਿਨ ਬਹੁਤ ਸਾਰਾ ਮੀਂਹ ਪੈ ਰਿਹਾ ਸੀਗਾ। ਬੜਾ ਇਸ ਮਾਮਲੇ ਨੇ ਤੂਲ ਫੜੀ ਸੀ। ਕਿਹਾ ਇਹ ਜਾਂਦਾ ਸੀਗਾ ਕਿ ਜਿਹੜੀ ਉਹਨਾਂ ਦੀ ਸੁਰੱਖਿਆ ਆ ਉਹਦੇ ਵਿੱਚ ਚੂਕ ਹੋ ਗਈ, ਉਕਾਈ ਹੈ ਗਈ, ਭੁੱਲ ਰਹਿ ਗਈ, ਕੁਤਾਹੀ ਹੋ ਗਈ, ਤਦ ਪ੍ਰਧਾਨ ਮੰਤਰੀ ਨੂੰ ਵਾਪਸ ਮੋੜਨਾ ਪਿਆ ਰੈਲੀ ਨੂੰ ਸੰਬੋਧਨ ਕੀਤੇ ਬਿਨਾਂ। ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਕਹਿੰਦੀਆਂ ਸੀ ਕਿਉਂਕਿ ਉੱਥੇ ਇਕੱਠ ਨਹੀਂ ਸੀਗਾ, ਪ੍ਰਧਾਨ ਮੰਤਰੀ ਨੂੰ ਇਹ ਸੁਨੇਹਾ ਮਿਲ ਗਿਆ ਕਿ ਭਾਈ ਉੱਥੇ ਕੁਰਸੀਆਂ ਸਾਰੀਆਂ ਖਾਲੀ ਪਈਆਂ, ਇਸ ਕਰਕੇ ਪ੍ਰਧਾਨ ਮੰਤਰੀ ਨੇ ਬਹਾਨਾ ਲੱਭ ਲਿਆ। ਸੋ ਇਹ ਜਿਹੜੀ ਇੱਕ ਚਰਚਾ ਜਿਹੜੀ ਆ ਕਾਫੀ ਉਛੜੀ ਰਹੀ। ਪਰ ਅਸਲ ਗੱਲ ਇਹ ਆ ਕਿ ਜਦੋਂ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨੇ ਆਉਣਾ ਸੀਗਾ, ਮੀਂਹ ਪੈਂਦਾ ਸੀਗਾ, ਇਸ ਕਰਕੇ ਉਹਨਾਂ ਨੇ ਬਠਿੰਡਾ ਤੋਂ ਫਿਰੋਜ਼ਪੁਰ ਨੂੰ ਬਾਈ ਰੋਡ ਜਾਣਾ ਸੀਗਾ। ਬਾਈ ਰੋਡ ਜਾਣ ਵੇਲੇ ਜਿਹੜੀ ਤੁਹਾਨੂੰ ਇਹ ਦੱਸਣਾ ਇੱਕ ਕਿ ਪ੍ਰਧਾਨ ਮੰਤਰੀ ਜਿਹੜੀ ਆਪਣੀ ਸਿਕਿਉਰਿਟੀ ਹੁੰਦੀ ਆ ਉਹ 5-6 ਟਾਇਰ ਸਿਕਿਉਰਿਟੀ ਹੁੰਦੀ ਆ। ਉਦੋਂ ਬਿਨਾਂ ਜਿਹੜੀ ਸਟੇਟ ਦੀ ਪੁਲਿਸ ਆ ਉਹਨੇ ਉਹਨੂੰ ਗਾਈਡ ਕਰਨਾ ਹੁੰਦਾ, ਜਿਹੜਾ ਰੂਟ ਪਲਾਨ ਹੈ ਉਹ ਤੈਅ ਕਰਨਾ ਹੁੰਦਾ। ਕਿਹਾ ਜਾਂਦਾ ਕਿ ਦੋਨਾਂ ਦੀ ਜਿਹੜੀ ਸਹਿਮਤੀ ਨਾਲ ਰੂਟ ਪਲਾਨ ਤੈਅ ਹੋਈ ਹੈ, ਪਰ ਮੁੱਖ ਤੌਰ ਤੇ ਜਿਹੜੀ ਪੰਜਾਬ ਸਰਕਾਰ ਆ ਉਹਦੀ ਡਿਊਟੀ ਬਣਦੀ ਹੁੰਦੀ ਆ। ਸੋ ਹੋਇਆ ਇਹ ਕਿ ਜਦੋਂ ਪ੍ਰਧਾਨ ਮੰਤਰੀ ਫਿਰੋਜ਼ਪੁਰ ਨੂੰ ਬਠਿੰਡਾ ਤੋਂ ਤੁਰੇ ਸੀਗੇ ਤਾਂ ਅੱਧੇ ਘੰਟੇ ਬਾਅਦ ਰਸਤੇ ਤੇ ਇੱਕ ਪੁਲ ਆਇਆ ਸੀਗਾ,
ਉਸ ਪੁਲ ਤੇ 300 ਕਿਸਾਨ ਜਿਹੜੇ ਆ ਉਹ ਧਰਨਾ ਲਾ ਕੇ ਬੈਠੇ ਸੀਗੇ ਜੀ ਤੇ ਪ੍ਰਧਾਨ ਮੰਤਰੀ ਨੂੰ ਦੂਰੋਂ ਦੇਖ ਕੇ ਰੁਕ ਗਏ ਜੀ ਤੇ ਪ੍ਰਧਾਨ ਮੰਤਰੀ ਉੱਥੇ ਕੁਝ ਮਿੰਟ ਰੁਕਣ ਤੋਂ ਬਾਅਦ ਮੁੜ ਕੇ ਆ ਗਏ ਸੀਗੇ ਬਠਿੰਡਾ ਏਅਰਪੋਰਟ ਨੂੰ ਤੇ ਕਿਹਾ ਇਹ ਵੀ ਜਾਂਦਾ ਕਿ ਕਿਸਾਨ ਆਲੇ ਦੁਆਲੇ ਨਾਅਰੇ ਵੀ ਮਾਰਦੇ ਸੀ ਦੂਰ ਨੇੜੇ ਤੇ ਜਿਸ ਪੁਲ ਤੇ ਰੁਕੇ ਹੋਏ ਸੀ ਉਹਦੇ ਆਲੇ ਦੁਆਲੇ ਦੀ ਜਿਹੜੀ ਆ ਟ੍ਰੈਫਿਕ ਵੀ ਲੰਘ ਰਿਹਾ ਸੀਗਾ। ਸੋ ਪ੍ਰਧਾਨ ਮੰਤਰੀ ਜਿਹਦੇ ਆਲੇ ਦੁਆਲੇ ਕੋਈ ਚਿੜੀ ਨਹੀਂ ਫਟਕ ਸਕਦੀ ਹੈਗੀ ਉਸ ਥਾਂ ਆ ਕੇ ਘਿਰ ਗਏ ਤੇ ਜਦੋਂ ਪ੍ਰਧਾਨ ਮੰਤਰੀ ਮੁੜ ਕੇ ਬਠਿੰਡਾ ਏਅਰਪੋਰਟ ਤੇ ਆਏ ਤਦ ਉਹਨਾਂ ਨੇ ਆ ਕੇ ਜਿਹੜੇ ਉੱਥੇ ਅਧਿਕਾਰੀ ਸੀਗੇ ਪੰਜਾਬ ਦੇ ਉਹਨਾਂ ਨੂੰ ਕਿਹਾ ਕਿ ਆਪਣੇ ਮੁੱਖ ਮੰਤਰੀ ਚਰਨ ਸਿੰਘ ਚੰਨੀ ਉਸ ਵੇਲੇ ਸੀਗੇ ਜੀ ਨੂੰ ਕਹਿ ਦਿਓ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਂ ਤੇਰੇ ਸੂਬੇ 'ਚੋਂ ਜਿਉਂਦਾ ਮੁੜ ਚੱਲਿਆ ਜੀ। ਇਹਦਾ ਚੰਨੀ ਨੇ ਕਾਫੀ ਜਿਹੜਾ ਗੰਭੀਰ ਤਰ੍ਹਾਂ ਨਾਲ ਜਵਾਬ ਵੀ ਦਿੱਤਾ। ਉਸ ਵੇਲੇ ਕਿਸੇ ਨੇ ਬੜਕਾ ਮਾਰੀਆਂ ਪਰ ਹੋਇਆ ਇਹ ਕਿ ਫਿਰ ਮੁੜ ਕੇ ਉਸ ਵੇਲੇ ਜਿਹੜਾ ਉੱਥੇ ਦੇ ਐਸਐਸਪੀ ਸੀਗੇ ਫਿਰੋਜ਼ਪੁਰ ਦੇ ਉਹਨਾਂ ਨੂੰ ਖੜੇ ਪੈਰ ਸਸਪੈਂਡ ਕਰਤਾ ਗਿਆ ਸੀਗਾ ਜੀ। ਇਸ ਸਾਰੇ ਮਾਮਲੇ ਨੂੰ ਕਾਫੀ ਰੜਕਿਆ ਗਿਆ। ਭਾਜਪਾ ਨੇ ਬੁਰਾ ਮਨਾਇਆ, ਦੇਸ਼ ਦੇ ਬਹੁਤ ਸਾਰੇ ਲੋਕਾਂ ਨੇ ਬੁਰਾ ਮਨਾਇਆ। ਉਦੋਂ ਬਾਅਦ ਮਾਮਲਾ ਚਲਾ ਗਿਆ ਸੁਪਰੀਮ ਕੋਰਟ। ਕਿਸੇ ਇੱਕ ਸੱਜਣ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਤੀ। ਉਹ ਜਿਹੜੀ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਤੀ। ਉਸ ਕਮੇਟੀ ਵਿੱਚ ਸੁਪਰੀਮ ਕੋਰਟ ਦੀ ਇੱਕ ਸਾਬਕਾ ਜੱਜ ਆ ਇੰਦੂ ਮਲਹੋਤਰਾ, ਉਹਨੂੰ ਬਣਾਇਆ ਗਿਆ ਮੁਖੀ ਤੇ ਨਾਲ ਪੰਜਾਬ ਦਾ ਡੀਜੀਪੀ, ਚੰਡੀਗੜ੍ਹ ਦਾ ਜਿਹੜਾ ਪੁਲਿਸ ਮੁਖੀ ਉਹ ਤੇ ਕਈ ਸਾਰੇ ਜਿਹੜੇ ਅਧਿਕਾਰੀ ਆ ਉਹ ਉਸ ਕਮੇਟੀ 'ਚ ਪਾ ਦਿੱਤੇ ਗਏ। ਇਹ ਗੱਲ ਹੈਗੀ ਆ ਅਗਸਤ 2022 ਦੀ ਤੇ ਕਮੇਟੀ ਨੇ ਸਤੰਬਰ 2022 'ਚ ਰਿਪੋਰਟ ਦੇ ਦਿੱਤੀ ਤੇ ਨਾਲ ਜਦੋਂ ਰਿਪੋਰਟ ਆਈ ਤਾਂ ਕੇਂਦਰ ਸਰਕਾਰ ਨੇ ਲਿਖਿਆ ਕਿ ਜਿਹੜੇ 8-9 ਮੁਲਾਜ਼ਮਾਂ ਨੂੰ ਦੋਸ਼ੀ ਪਾਇਆ ਗਿਆ, ਮੈਂ 8 ਤਾਂ ਕਿਹਾ ਕਿਉਂਕਿ ਇੱਕ ਨੂੰ ਤਾਂ ਪਹਿਲੇ ਸਸਪੈਂਡ ਕਰ ਚੁੱਕੇ ਆ ਨਾ ਜੀ, ਬਿਲਕੁਲ ਉਸ ਇਹਨਾਂ ਵਿਰੁੱਧ ਜਿਹੜੀ ਆ ਕਾਰਵਾਈ ਕੀਤੀ ਜਾਵੇ। ਪਰ ਸਤੰਬਰ ਤੋਂ ਬਾਅਦ ਹੁਣ ਤੱਕ ਜਿਹੜਾ ਇਹ ਦੇਖੋ ਤੁਸੀਂ ਮਾਰਚ ਆ ਗਿਆ, ਜਿਹੜੇ 6-7 ਮਹੀਨੇ ਆ ਇਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈਗੀ। ਜਿਹੜੇ ਬੰਦਿਆਂ ਵਿਰੁੱਧ ਕਾਰਵਾਈ ਕਰਨ ਨੂੰ ਕਿਹਾ ਗਿਆ ਸੀਗਾ ਉਹਨਾਂ ਵਿੱਚ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਆ ਸੁਧਾਰ ਚਤੋਪਾਧਿਆਏ ਉਸ ਵੇਲੇ ਦੇ, ਉਹਨਾਂ ਵਿਰੁੱਧ ਕਿਹਾ ਸੀਗਾ। ਅਨੁਰਤ ਤਿਵਾੜੀ ਜਿਹੜੇ ਆ ਉਹ ਚੀਫ ਸੈਕਟਰੀ ਸੀਗੇ, ਸਰਜੀਤ ਸਿੰਘ ਆਈਜੀ ਸੀ ਉਧਰਲੇ, ਚਰਨਜੀਤ ਸਿੰਘ ਉੱਥੇ ਪਹਿਲਾਂ ਮੋਗੇ ਰਹਿ ਕੇ ਗਏ ਆ ਐਸਐਸਪੀ। ਸੋ ਇਹ ਕਈ ਨਾਂ ਆ ਜਿਨ੍ਹਾਂ ਬਾਰੇ ਇੱਕ ਨਗੇਸ਼ਵਰ ਨੇ ਉਹਨਾਂ ਬਾਰੇ ਵੀ ਕਿਹਾ ਸੀਗਾ ਕਿ ਇਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਡੀਜੀਪੀ ਇਸ ਕਰਕੇ ਕਿਹਾ ਗਿਆ ਸੀ ਕਿ ਕੋਈ ਡੀਜੀਪੀ ਨੇ ਉਸ ਵੇਲੇ ਇਹ ਕਿਹਾ ਸੀਗਾ ਕਿ ਜਿਹੜਾ ਉਸ ਵੇਲੇ ਕਿਹਾ ਗਿਆ ਸੀਗਾ ਜਿਹੜਾ ਰਸਤਾ ਆ ਉਹ ਠੀਕ ਆ, ਕਲੀਅਰ ਆ, ਤੁਸੀਂ ਇਸ ਰਸਤੇ ਜਾ ਚੁੱਕ ਸਕਦੇ ਹੋ। ਇਹ ਗਲਤ ਹੈ ਇਹ। ਦੂਜੀ ਗੱਲ ਇਹ ਕਿ ਜਿਹੜਾ ਪੰਜਾਬ ਦਾ ਚੀਫ ਸੈਕਟਰੀ ਹੁੰਦਾ ਉਹਦੀ ਡਿਊਟੀ ਹੁੰਦੀ ਆ ਕਿ ਜਦੋਂ ਉਸ ਸੂਬੇ ਵਿੱਚ ਮੁੱਖ ਮੰਤਰੀ ਆਵੇ ਤਾਂ ਉਹਨੇ ਲੀਡ ਕਰਨਾ ਹੁੰਦਾ ਉਸ ਕਾਫਲੇ ਨੂੰ। ਤੇ ਅਨੁਰਤ ਤਿਵਾੜੀ ਜਿਹੜਾ ਉੱਥੇ ਪਹੁੰਚੇ ਨਹੀਂ ਹੈਗੇ, ਉਹਨਾਂ ਨੇ ਆਪਣੇ ਥਾਂ ਕਿਸੇ ਹੋਰ ਅਧਿਕਾਰੀ ਨੂੰ ਭੇਜਤਾ ਸੀਗਾ। ਇਸੇ ਤਰ੍ਹਾਂ ਜਿਹੜਾ ਸੀਐਮ ਆ ਚੀਫ ਮਿਨਿਸਟਰ ਆ ਸੂਬੇ ਦਾ, ਉਹਨੇ ਵੀ ਸਵਾਗਤ ਕਰਨ ਲਈ ਪਹੁੰਚਣਾ ਹੁੰਦਾ। ਜਿਵੇਂ ਅੱਜ ਰਾਸ਼ਟਰਪਤੀ ਦਾ ਸਵਾਗਤ ਕਰਨ ਲਈ ਭਗਵੰਤ ਮਾਨ ਅੰਮ੍ਰਿਤਸਰ ਪਹੁੰਚ ਰਹੇ ਆ। ਉਸ ਵੇਲੇ ਕੀ ਹੋਇਆ ਸੀ ਕਿ ਚਰਨ ਸਿੰਘ ਚੰਨੀ ਨੇ ਜਿਹੜੀ ਡਿਊਟੀ ਲਾਤੀ ਸੀ ਮਨਪ੍ਰੀਤ ਸਿੰਘ ਬਾਦਲ ਦੀ ਲਾਤੀ ਸੀਗੀ। ਸੋ ਇਹ ਸਾਰੀ ਜਿਹੜੀਆਂ ਕਮੇਟੀ ਬਣਾਈ ਗਈ ਆ ਉਹਨੇ ਕਿਹਾ ਕਿ ਕਾਰਵਾਈ ਕਰੋ, ਪਰ ਨਹੀਂ ਕਾਰਵਾਈ ਹੋਈ। ਜੋ ਮੇਰੀ ਸਮਝ ਲੱਗਦੀ ਆ, ਜੋ ਮੈਨੂੰ ਇਹ ਲੱਗਦਾ ਇਹ ਕਿ ਪੰਜਾਬ ਸਰਕਾਰ ਜਿਹੜੀ ਆ ਜਦੋਂ ਇੱਕ ਉਦਯੋਗਿਕ ਭੱਪਲਾ ਵਾਪਰਿਆ ਸੀਗਾ, ਇੰਡਸਟਰੀਅਲ ਇੱਕ ਇਰੈਗੂਲੇਟਰੀ ਹੋਈਆਂ ਪੰਜਾਬ ਵਿੱਚ, ਇਹਨਾਂ ਨੇ ਕਾਰਵਾਈ ਸ਼ੁਰੂ ਕਰਤੀ ਸੀ ਤੇ ਜਿਹੜਾ ਆਈਐਸਐਸ ਸਾਰੇ ਕੰਮ ਛੱਡ ਕੇ ਬਹਿ ਗਏ ਸੀ, ਪੀਸੀਐਸ ਨੇ ਕੰਮ ਛੱਡਤਾ ਸੀਗਾ। ਉਦੋਂ ਬਾਅਦ ਪੰਜਾਬ ਸਰਕਾਰ ਦੀਆਂ ਲੱਤਾਂ ਜਿਹੜੀਆਂ ਉਹ ਭਾਰ ਨਹੀਂ ਚੱਲਦੀਆਂ, ਉਹ ਕੰਬਦੀਆਂ ਆ ਕਿ ਇੱਕ ਕਾਰਵਾਈ ਕਰਕੇ ਪੰਗਾ ਨਾ ਲਿਆ ਜਾਵੇ। ਦੂਜੀ ਦੇਖੋ ਇੱਕ ਗੱਲ ਜਿਹੜੀ ਇਹ ਵੀ ਹੈਗੀ ਆ ਕਿ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਜਿਹੜੀ ਖੜਕਦੀ ਤਾਂ ਉਹ ਰਹਿੰਦੀ ਆ। ਸੋ ਇਹ ਜਿਹੜੀ ਵੈਸੇ ਜੇ ਦੇਖਿਆ ਜਾਵੇ ਆਪਾਂ ਕਾਨੂੰਨ ਤੌਰ ਤੇ ਤਾਂ ਕਾਰਵਾਈ ਕਰਨੀ ਬਣਦੀ ਆ, ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਆ ਉਹ ਜਿੱਥੇ ਵੀ ਜਾਂਦੇ ਆ ਚਾਹੇ ਉਹ ਆਪਣੀ ਸਿਕਿਉਰਿਟੀ ਹੋਵੇ, ਪਰ ਕੁੱਲ ਮਿਲਾ ਕੇ ਜਿਹੜੀ ਉੱਥੋਂ ਦੀ ਸੂਬਾ ਆ ਉੱਥੋਂ ਦੀ ਜਿਹੜੀ ਸਰਕਾਰ ਆ ਉਹਦੀ ਜ਼ਿੰਮੇਵਾਰੀ ਹੁੰਦੀ ਆ ਸਿਕਿਉਰਿਟੀ ਦੇਣ ਦੀ। ਤੇ ਜੇ ਤੁਸੀਂ ਸਿਕਿਉਰਿਟੀ ਜਿਹੜੀ ਆ ਉਹ 'ਚ ਭੁੱਲ ਹੋਈ ਆ, ਚੁੱਕ ਹੋਈ ਆ, ਤਾਂ ਉਹਨਾਂ ਅਫਸਰਾਂ ਵਿਰੁੱਧ ਕਾਰਵਾਈ ਕਰਨੀ ਬਣਦੀ ਹੈ। ਇਹ ਵੀ ਹੋ ਸਕਦਾ ਕਿ ਅੱਜ ਪ੍ਰਧਾਨ ਮੰਤਰੀ ਵਿਰੁੱਧ ਹੋਈ ਆ, ਕੱਲ੍ਹ ਨੂੰ ਜਿਹੜਾ ਆਪਣਾ ਇੱਥੋਂ ਸੂਬੇ ਦਾ ਮੁੱਖ ਮੰਤਰੀ ਆ ਉਹਦੀ ਜਿਹੜੀ ਸਿਕਿਉਰਿਟੀ 'ਚ ਚੂਕ ਹੋ ਜਾਏ, ਉਹ ਚੌਕਾਈ ਹੋ ਜਾਏ। ਸੋ ਦੂਜੀ ਗੱਲ ਇਹ ਕਿ ਜਿਹੜਾ ਪਾਰਟੀ ਕੋਈ ਵੀ ਹੋਵੇ, ਇਨਸਾਨ ਤਾਂ ਜਿਹੜਾ ਆ ਉਹ ਇਨਸਾਨ ਹੀ ਹੁੰਦਾ ਤੇ ਇਨਸਾਨ ਜਿਹੜੇ ਆ ਉਹਦੀ ਹਿਫਾਜ਼ਤ ਕਰਨੀ ਸਾਡੀ ਜ਼ਿੰਮੇਵਾਰੀ ਆ ਕਿ ਜਾਨ ਜਿਹੜੀ ਬੜੀ ਬੇਸ਼ੱਕ ਕੀਮਤੀ ਹੁੰਦੀ ਆ। ਔਰ ਦੂਜੀ ਮਨੁੱਖਾਂ ਅਧਿਕਾਰਾਂ ਦੀ ਜਿਹੜੀ ਉਲੰਘਣਾ ਸਰਕਾਰ ਨੂੰ ਆਪ ਬਿਲਕੁਲ ਨਹੀਂ ਕਰਨੀ ਚਾਹੀਦੀ, ਸਗੋਂ ਜਿਹੜੀ ਦੂਜੀ ਉਲੰਘਣਾ ਹੋ ਰਹੀ ਹੈ ਉਹਨੂੰ ਰੋਕਣਾ ਚਾਹੀਦਾ। ਇਸੇ ਦੇ ਨਾਲ ਮੇਰਾ ਅਗਲਾ ਪ੍ਰਸ਼ਨ ਇਹ ਹੈ ਸਰ, ਵਿਧਾਨ ਸਭਾ ਦੇ ਵਿੱਚ ਇੱਕ ਰਿਪੋਰਟ ਪੇਸ਼ ਹੁੰਦੀ ਹੈ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸੂਬਾ ਜੋ ਪੰਜਾਬ ਸੂਬਾ ਹੈ ਉਸ ਦੇ ਸਿਰ ਜਦੋਂ ਤੱਕ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਦੋਂ ਤੱਕ ਉਹਦਾ ਪੂਰਾ ਸੈਸ਼ਨ ਖਤਮ ਹੋਵੇਗਾ ਉਦੋਂ ਉਸ ਤੋਂ ਬਾਅਦ ਸੂਬੇ ਦੇ ਸਿਰ 5 ਲੱਖ ਕਰੋੜ ਦਾ, ਜੇ ਮੈਂ ਸਹੀ ਹੋਵਾਂ, ਇੰਨਾ ਕਰਜ਼ਾ ਸਿਰ ਚੜ ਜਾਏਗਾ। ਇਸ ਚੀਜ਼ ਨੂੰ ਤੁਸੀਂ ਸਰ ਕਿਵੇਂ ਦੇਖਦੇ ਹੋ? ਗਰਮਾ ਜੀ ਤੁਹਾਡੇ ਮੈਂ ਧਿਆਨ ਚ ਲਿਆਦਾ ਕਿ ਵਿਧਾਨ ਸਭਾ ਜਦੋਂ ਬਜਟ ਸੈਸ਼ਨ ਹੁੰਦਾ ਨਾ ਤਾਂ ਉੱਥੇ ਕੰਟਰੋਲਰ ਐਂਡ ਆਡਿਟ ਜਨਰਲ ਪੰਜਾਬ ਦੀਆਂ ਰਿਪੋਰਟਾਂ ਜਿਹੜੀਆਂ ਉਹ
ਮੰਤਰੀਆਂ ਨੂੰ ਵੀ, ਐਮਐਲਏ ਨੂੰ ਵੀ ਜੀ ਤੇ ਪੱਤਰਕਾਰਾਂ ਨੂੰ ਵੰਡੀਆਂ ਜਾਂਦੀਆਂ। ਜੀ ਜੀ ਮਤਲਬ ਥੋੜਾ ਮੈਂ ਦਰਸ਼ਕਾਂ ਦੇ ਵੀ ਧਿਆਨ ਚ ਲੈਣਾ, ਤੁਹਾਡੇ ਲਈ ਵੀ ਸੌਖਾ ਕਰਦਾ ਇਹ ਕਿ ਆਡਿਟ ਜਨਰਲ ਇੱਕ ਮਹਿਕਮਾ ਆ ਜੀ ਜਿਹੜਾ ਹਰ ਡਿਪਾਰਟਮੈਂਟ ਦੀ ਆਡਿਟ ਕਰਦਾ। ਜੀ ਕਿੰਨੇ ਪੈਸੇ ਆਏ, ਕਿੱਥੇ ਖਰਚੇ, ਕਿੱਥੇ ਪੈਸੇ ਖਾ ਲਏ, ਕਿੱਥੇ ਵਾਧੂ ਖਰਚ ਗਏ, ਕਿੱਥੇ ਪਏ ਰਹਿ ਗਏ, ਕਿੱਥੇ ਕੰਮ ਹੋਏ ਕਿ ਨਹੀਂ ਹੋਏ, ਸਾਰੀ ਰਿਪੋਰਟ ਪੇਸ਼ ਕਰਨੀ ਹੁੰਦੀ ਹੈ। ਮਤਲਬ ਉਸ ਜਿਹੜਾ ਆਡਿਟ ਜਨਰਲ ਦਾ ਮਹਿਕਮਾ ਆ, ਅਕਾਊਂਟੈਂਟ ਜਨਰਲ ਦਾ, ਉਹਦੇ ਕੋਲੋਂ ਸਰਕਾਰ ਵੀ ਕੰਬਦੀ ਹੁੰਦੀ ਆ। ਸੋ ਇਹ ਜਿਹੜੀ ਉਹਦੀ ਰਿਪੋਰਟ ਆ ਇਹ ਮੰਗਲਵਾਰ ਨੂੰ ਵੰਡੀ ਗਈ, ਕੱਲ ਛੁੱਟੀ ਸੀਗੀ। ਸੋ ਜਿਹੜੀ ਰਿਪੋਰਟ ਆ ਉਹਦੇ ਵਿੱਚ ਵੱਖ-ਵੱਖ ਮਹਿਕਮਿਆਂ ਬਾਰੇ ਜਿਹੜੀਆਂ ਆਪਣੀਆਂ ਟਿੱਪਣੀਆਂ ਕੀਤੀਆਂ ਗਈਆਂ ਹੋਈਆਂ ਤੇ ਉਹਨਾਂ ਨੇ ਜਿਹੜੀ ਇੱਕ ਸਾਡੇ ਕੋਲ ਹੱਥ ਲੱਗੀ ਆ ਰਿਪੋਰਟ ਛੋਟੀ ਜਿਹੀ ਇਹ ਉਹ ਆ ਕਿ ਉਹ 'ਚ ਕਿਹਾ ਗਿਆ ਕਿ ਜਿਵੇਂ ਪੰਜਾਬ ਸਰਕਾਰ ਚੱਲ ਰਹੀ ਆ ਜੇ ਇਸੇ ਤਰ੍ਹਾਂ ਵਿੱਤੀ ਤੌਰ ਤੇ ਚੱਲਦੀ ਰਹੀ ਤਾਂ ਜਦੋਂ ਸੈਸ਼ਨ ਖਤਮ ਨਹੀਂ ਹੋਣਾ, ਜਦੋਂ ਇਸ ਸਰਕਾਰ ਦਾ ਕਾਰਜਕਾਲ ਖਤਮ ਹੋਣਾ, ਉਸ ਵੇਲੇ ਸਰਕਾਰ ਸਿਰ ਕੋਈ 5.25 ਲੱਖ ਕਰੋੜ ਦਾ ਕਰਜ਼ਾ ਹੋਊਗਾ। ਉਸ ਰਿਪੋਰਟ ਵਿੱਚ ਇਹ ਕਿਹਾ ਗਿਆ ਕਿ ਇਸ ਵੇਲੇ ਪੰਜਾਬ ਸਰਕਾਰ ਸਿਰ 3.25 ਲੱਖ ਕਰੋੜ ਦਾ ਕਰਜ਼ਾ ਆ। ਅਣਅਧਿਕਾਰਤ ਸੂਤਰ ਇਹ ਕਹਿੰਦੇ ਆ ਕਿ ਪੰਜਾਬ ਸਰਕਾਰ ਇਸ ਵੇਲੇ 3.5 ਲੱਖ ਕਰੋੜ ਦੀ ਕਰਜ਼ਾਈ ਆ, ਹਨਾ। ਤੇ ਮੈਂ ਤੁਹਾਡੇ ਕੋਲ ਧਿਆਨ ਚ ਲਿਆਦਾ ਕਿ ਆਪਾਂ ਕੱਲ ਵੀ ਸ਼ਾਇਦ ਚਰਚਾ ਕੀਤੀ ਸੀਗੀ ਕਿ ਪੰਜਾਬ ਸਿਰ ਪਹਿਲੀ ਵਾਰ ਕਰਜ਼ਾ ਚੜਿਆ ਸੀ ਉਦੋਂ ਜਦੋਂ ਅਸੀਂ ਅਰਧ ਸੈਨਿਕ ਬਲ ਜਿਹੜੇ ਆ, ਫੌਜ ਜਿਹੜੇ ਆ ਜਾਂ ਜਿਹੜੇ ਦੂਜੀਆਂ ਫੋਰਸਸ ਆ, CRPF ਹੋ ਗਈ, ਅਸੀਂ ਪੰਜਾਬ ਵਿੱਚ ਤਾਇਨਾਤ ਕੀਤੀ ਸੀ 1980 ਵਿੱਚ ਹਾਲਾਤ ਸੰਭਾਲਣ ਲਈ। ਹੁਣ ਵੀ ਭਗਵੰਤ ਮਾਨ ਨੇ ਜਿਹੜੀਆਂ 18 ਟੁਕੜੀਆਂ ਉਹ ਮੰਗ ਲਈਆਂ ਤੇ ਮੈਂ ਵੀ ਕਿਹਾ, ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਸਾਰਾ ਭਾਰ ਆ ਇਹ ਪੰਜਾਬ ਸਰਕਾਰ ਉੱਤੇ ਪੈਣਾ। ਜਿਹੜੀਆਂ 8 ਟੁਕੜੀਆਂ BSF ਦੀਆਂ ਜਾਂ CRPF ਜਾਂ RAF ਦੀਆਂ ਹੋਣੀਆਂ, ਜਿਹੜੀ ਤਨਖਾਹ ਆ ਉਹ ਸਾਰੀ ਪੰਜਾਬ ਸਰਕਾਰ ਨੂੰ ਦੇਣੀ ਪੈਣੀ ਆ। ਸੋ ਪੰਜਾਬ ਸਰਕਾਰ ਜਿਹਦਾ ਖਜ਼ਾਨਾ ਪਹਿਲਾਂ ਹੀ ਖਾਲੀ ਆ, ਜਿਹਦੇ ਖਜ਼ਾਨੇ ਨੂੰ ਪਹਿਲੇ ਮਘੋਰਾ ਹੋ ਚੁੱਕਾ, ਜੇ ਉਹਨੂੰ ਇੰਨੀ ਵੱਡੀ ਤਨਖਾਹ ਹੋਰ ਕੋਲੋਂ ਦੇਣੀ ਪਊਗੀ ਤਾਂ ਕਰਜ਼ਾ ਚੜੂਗਾ ਹੀ। ਸੋ ਜਿਹੜੀ ਰਿਪੋਰਟ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਪਿਛਲੀ ਸਰਕਾਰ ਕਾਂਗਰਸ ਸਰਕਾਰ ਵੇਲੇ ਕੋਈ ਸਾਡੇ ਸਿਰ ਖਜ਼ਾਨੇ ਉੱਤੇ 66,000 ਕਰੋੜ ਦਾ ਕਰਜ਼ਾ ਜਿਹੜਾ ਆ ਉਹ ਨਵਾਂ ਚੜਿਆ ਗਿਆ ਹੈਗਾ। ਉਹਨਾਂ ਨੇ ਕਿਹਾ ਕਿ 2017-18 ਵਿੱਚ ਕੋਈ 1,95,000 ਕਰੋੜ ਦਾ ਜਿਹੜਾ ਕਰਜ਼ਾ ਆ ਉਹ ਸੀਗਾ ਤੇ 2021-2022 ਵਿੱਚ ਇਹ 33% ਹੋਰ ਵੱਧ ਗਿਆ, ਭਾਵ 2,61,000 ਕਰੋੜ ਰੁਪਇਆ ਕਰਜ਼ਾ ਜਿਹੜਾ ਆ ਹੋ ਗਿਆ। ਸੋ ਇਸ ਕਰਕੇ ਇਹਨਾਂ ਨੇ ਕਿਹਾ, ਹੁਣ ਜਿਵੇਂ 23 ਆ ਇਹਨਾਂ ਨੇ 2.25 ਕਿਹਾ, ਇਸ ਵੇਲੇ ਕਰਜ਼ਾ ਕੁਦਰਤੀ ਆ, ਜੇ ਇਹਨਾਂ ਨੇ 21-22 ਚ 2.25 ਕਿਹਾ ਤਾਂ ਹੁਣ 3.25 ਤਾਂ ਹੋਏ ਗਿਆ। ਸੋ ਜੇ ਸਰਕਾਰ ਭਗਵੰਤ ਮਾਨ ਹੁਣੀ ਵੈਸੇ ਤਾਂ ਕਹਿੰਦੇ ਸੀ ਖਜ਼ਾਨਾ ਭਰ ਲਾਂਗੇ ਅਸੀਂ, ਕਈ ਕੁਛ ਉਹਨਾਂ ਨੇ ਕਿਹਾ, ਪਰ ਹਾਲ ਤੱਕ ਦੀ ਜਿਹੜੀ ਖਜ਼ਾਨਾ ਭਰਦੀ ਸਰਕਾਰ ਇਹ ਨਜ਼ਰ ਨਹੀਂ ਆਉਂਦੀ ਹੈਗੀ। ਤੇ ਨਾਲ ਮੈਂ ਇਹ ਵੀ ਕਹਿਦਾ ਕਿ ਜਿਵੇਂ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਆ, ਜਿਵੇਂ ਖਰਚੇ ਜਿਹੜੇ ਸਬਸਿਡੀਆਂ ਦਿੱਤੀਆਂ ਜਾ ਰਹੀਆਂ, ਜਿਵੇਂ ਗਰੰਟੀਆਂ ਪੂਰੀਆਂ ਕੀਤੀਆਂ ਜਾ ਰਹੀਆਂ, ਇਸ ਤਰ੍ਹਾਂ ਪੰਜਾਬ ਦਾ ਜਿਹੜਾ ਖਜ਼ਾਨਾ ਆ ਉਹ ਹੋਰ ਖੜਕ ਜਾਣਾ। ਤੇ ਤੁਹਾਡੇ ਮੈਂ ਪਹਿਲਾਂ ਜਿਵੇਂ ਕਿਹਾ ਸੀਗਾ ਕਿ ਅੰਦਾਜ਼ਾ ਇਹ ਆ ਕਿ ਜੇ ਹਾਲਾਤ ਇਵੇਂ ਚੱਲਦੇ ਰਹੇ ਤਾਂ ਜਿਹੜਾ ਕਰਜ਼ਾ ਸਾਡੇ ਸਿਰ ਅਗਲੇ 27 ਤੱਕ ਕੋਈ 5.25 ਲੱਖ ਕਰੋੜ ਦਾ ਹੋ ਜਾਊਗਾ। ਪਰ ਤੁਹਾਨੂੰ ਇੱਕ ਹੋਰ ਧਿਆਨ ਲਿਆਉਣਾ ਕਿ ਅੱਜ ਪੰਜਾਬ ਵਿੱਚ ਜਿਹੜਾ ਬੱਚਾ ਇੱਕ ਪੈਦਾ ਹੋ ਰਿਹਾ ਉਹ ਆਪਣੇ ਸਿਰ 1 ਲੱਖ ਦਾ ਕਰਜ਼ਾ ਲੈ ਕੇ ਪੈਦਾ ਹੋ ਰਿਹਾ। ਸਰ ਇਹ ਸਾਡੇ ਦਰਸ਼ਕਾਂ ਨੂੰ ਸਮਝਾਓ ਤੇ ਮੈਂ ਵੀ ਸਮਝਣਾ ਚਾਹੂੰਗੀ ਤੁਸੀਂ ਕਿਸ ਤਰੀਕੇ ਨਾਲ ਬੋਲ ਰਹੇ ਹੋ। ਜਿਹੜਾ ਕਰਜ਼ਾ ਆ, ਜੇ ਆਪਾਂ ਕਹਿ ਦਈਏ ਕਿ ਸਾਡੀ ਆਬਾਦੀ 3 ਕਰੋੜ ਦੀ ਵਾਦੀ ਆ ਤੇ ਸਾਡੇ ਸਿਰ 3.5 ਲੱਖ ਕਰੋੜ ਦਾ ਕਰਜ਼ਾ ਆ, ਤੇ ਇਹਦਾ ਮਤਲਬ ਹੋਇਆ ਕਿ ਇੱਕ ਬੰਦੇ ਸਿਰ, ਤੁਹਾਡੇ ਸਿਰ, ਮੇਰੇ ਸਿਰ, ਹਰ ਬੰਦੇ ਸਿਰ ਔਸਤ 1 ਕਰੋੜ ਦਾ ਕਰਜ਼ਾ ਆ। ਮਤਲਬ ਇਹ ਨਹੀਂ ਹੈ ਕਿ ਮਤਲਬ ਕਿ ਜਿਹੜਾ ਇੱਕ ਬੱਚਾ ਜੰਮਦਾ ਉਹਦੇ ਸਿਰ ਕਰਜ਼ਾ ਆ, ਤੁਹਾਡੇ ਸਿਰ ਕਰਜ਼ਾ ਹੈਗਾ ਆ। ਆਪਾਂ ਜੇ ਜਿੰਨਾ ਪੰਜਾਬ ਦਾ ਕਰਜ਼ਾ ਆ, ਜੇ ਉਸ ਕਰਜ਼ੇ ਨੂੰ ਆਬਾਦੀ ਦੇ ਹਿਸਾਬ ਨਾਲ ਬਣ ਦਈਏ ਤਾਂ ਹਰ ਇੱਕ ਬੰਦੇ ਸਿਰ 1 ਲੱਖ ਦਾ ਕਰਜ਼ਾ ਆ ਰਿਹਾ। ਸੋ ਇਸ ਕਰਕੇ ਉਹ ਵਿਚਾਰਾ ਬੱਚਾ ਜਿਹੜਾ ਹਰ ਚੀਜ਼ ਤੋਂ ਅਨਭੋਲਿਆ, ਜਿਹੜਾ ਸਿਆਸਤ ਤੋਂ ਬੇਦਾਗ ਆ, ਜਿਹਦਾ ਕੋਈ ਦੁਨੀਆ ਨਾਲ ਲੈਣ ਦੇਣੀ ਹੈ ਨਹੀਂਗਾ, ਉਹ ਆਪਣੇ ਸਿਰ 1 ਲੱਖ ਕਰੋੜ ਦਾ ਕਰਜ਼ਾ ਲੈ ਕੇ, 1 ਲੱਖ ਦਾ ਕਰਜ਼ਾ ਲੈ ਕੇ ਪੈਦਾ ਹੋ ਰਿਹਾ। ਸੋ ਮੈਨੂੰ ਇਹ ਲੱਗਦਾ ਕਿ ਸਰਕਾਰ ਨੂੰ ਜਿਹੜੀ ਰਿਪੋਰਟ ਹੈ ਕੈਗ ਦੀ, ਆਪਾਂ ਇਹਨੂੰ ਸ਼ਾਰਟ ਵਿੱਚ ਕੈਗ ਕਹਿੰਦੇ ਹੁੰਦੇ ਆ, ਹਨਾ, ਕਿਉਂਕਿ ਇਹ ਜਿਹੜਾ ਕੰਟਰੋਲਰ ਐਂਡ ਆਡਿਟ ਜਨਰਲ ਪੰਜਾਬ ਨਾਂ ਆ। ਸੋ ਇਹਦੀ ਜਿਹੜੀ ਰਿਪੋਰਟ ਆ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਸਾਨੂੰ ਜਿਹੜੇ ਆਪਣੇ ਖਰਚੇ ਆ ਉਹ ਸੰਕੋਚ ਨਾ ਕਰਨੇ ਚਾਹੀਦੇ ਆ। ਜਿਹੜੀ ਇਸ਼ਤਿਹਾਰਾਂ ਦੀ ਗੱਲ ਚੱਲ ਰਹੀ ਆ ਕਿ ਅਸੀਂ ਜਿਹੜੇ ਸਰਕਾਰ ਇਸ਼ਤਿਹਾਰ ਡੇਲੀ ਇੱਥੇ ਵੀ ਦੇ ਰਹੀ ਆ, ਦੂਜੇ ਸੂਬਿਆਂ ਦੇ ਰਹੀ ਆ, ਮੈਨੂੰ ਲੱਗਦਾ ਹੁਣ ਕੋਈ ਨੇੜੇ ਇਲੈਕਸ਼ਨ ਵੀ ਹੈ ਨਹੀਂਗੀ, ਜਿਹੜੀਆਂ ਹੈਗੀਆਂ ਚੋਣਾਂ ਆ ਉਹ 2024 ਤੋਂ ਦੂਰ ਪਈਆਂ। ਸੋ ਸਾਨੂੰ ਜਿਹੜੇ ਖਰਚੇ ਉਹਨਾਂ ਤੇ ਕੰਟਰੋਲ ਕਰਨਾ ਚਾਹੀਦਾ, ਕਿਉਂਕਿ ਆਮਦਨ ਜਿੰਨੀ ਮਰਜ਼ੀ ਹੋਵੇ, ਜੇ ਤੁਸੀਂ ਖਰਚਿਆਂ ਤੇ ਕੰਟਰੋਲ ਨਹੀਂਗਾ ਤਾਂ ਤੁਹਾਡਾ ਘਰ ਜਿਹੜਾ ਕਦੇ ਨਹੀਂ ਜੁੜਦਾ ਹੁੰਦਾ। ਤੁਸੀਂ ਕੋਸ਼ਿਸ਼, ਜੇ ਭਗਵੰਤ ਮਾਨ ਹੁਣੀ ਪੰਜਾਬ ਨੂੰ ਲੀਹ ਤੇ ਲਾਉਣਾ ਚਾਹੁੰਦੇ ਆ ਤਾਂ ਕਰਨਾ ਇਹ ਪਊਗਾ ਕਿ ਜਿੰਨਾ ਸਾਨੂੰ ਮਾਲੀਆ ਆ ਰਿਹਾ ਉਹ ਸਾਡੇ ਖਰਚਿਆਂ ਤੋਂ ਵੱਧ ਹੋਵੇ, ਤਦ ਅਸੀਂ ਜਿਹੜਾ ਆ ਡਿਵੈਲਪ ਕਰ ਸਕਦੇ ਆ, ਪੈਸੇ ਜਿਹੜੇ ਆ ਬਚਾ ਸਕਦੇ ਆ, ਖਜ਼ਾਨਾ ਜਿਹੜਾ ਆ ਉਹ ਭਰ ਸਕਦਾ। ਜਾਂ ਦੂਜੇ ਸ਼ਬਦਾਂ ਇਹ ਕਹਿ ਲਾ ਕਿ ਅਸੀਂ ਤਾਂ ਹਾਲ ਦੀ ਘੜੀ, ਪੰਜਾਬ ਤਾਂ ਹਾਲ ਦੀ ਘੜੀ ਜਿਹੜਾ ਕਰਜ਼ੇ ਦਾ ਵਿਆਜ ਅਦਾ ਕਰ ਰਿਹਾ ਉਹ ਵੀ ਕਰਜ਼ਾ ਲੈ ਕੇ ਕਰ ਰਿਹਾ। ਸੋ ਇਸ ਹਾਲਤ ਵਿੱਚ
ਪੰਜਾਬ ਨੂੰ ਬਚਾਉਣ ਦੀ ਲੋੜ ਆ। ਪਿਆਰੇ ਦਰਸ਼ਕੋ, ਅਜਿਹੇ ਹੀ ਪੱਖ ਦੇ ਮੁੱਦਿਆਂ ਤੇ ਡਿਸਕਸ਼ਨ ਜਾਂ ਚਰਚਾ ਕਰਨ ਲਈ ਸਾਡੇ ਨਾਲ ਬਣੇ ਰਹੋ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।